हाँ जी स्टूडेंट्स, गुड मॉर्निंग। ਅੱਜ ਦਾ ਆਪਣਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਡਿਸੋਲੂਸ਼ਨ ਆਫ ਪਾਰਟਨਰਸ਼ਿਪ। ਤਾਂ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਨੂੰ ਆਪਾਂ ਦੋ ਤਰੀਕਿਆਂ ਨਾਲ ਪੜ੍ਹਦੇ ਹਾਂ। ਇੱਕ ਹੁੰਦਾ ਡਿਸੋਲੂਸ਼ਨ ਆਫ ਪਾਰਟਨਰਸ਼ਿਪ, ਇੱਕ ਹੁੰਦਾ ਡਿਸੋਲੂਸ਼ਨ ਆਫ ਫਰਮ। ਡਿਸੋਲੂਸ਼ਨ ਆਫ ਪਾਰਟਨਰਸ਼ਿਪ ਦਾ ਮਤਲਬ ਇਹ ਹੈ ਕਿ ਜਦੋਂ ਪਾਰਟਨਰਸ ਦੇ ਜਿਹੜੇ ਐਗਜ਼ਿਸਟਿੰਗ ਰਿਲੇਸ਼ਨਸ ਹੈਗੇ ਆ ਉਹਨਾਂ ਵਿੱਚ ਚੇਂਜ ਆਉਣਾ। ਉਹ ਚੇਂਜ ਕਿਵੇਂ ਆਉਂਦਾ ਵੀ ਜਦੋਂ ਅਸੀਂ ਨਵਾਂ ਪਾਰਟਨਰ ਐਡਮਿਟ ਕਰਦੇ ਹਾਂ, ਜਾਂ ਇਹ ਕੋਈ ਪਾਰਟਨਰ ਫਰਮ 'ਚੋਂ ਰਿਟਾਇਰ ਹੁੰਦਾ ਹੈ, ਜਾਂ ਕਿਸੇ ਪਾਰਟਨਰ ਦੀ ਡੈਥ ਹੁੰਦੀ ਹੈ, ਤਾਂ ਉਹਨੂੰ ਅਸੀਂ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਕਹਿੰਦੇ ਹੈਗੇ ਆ। ਬਟ ਉਸ ਕੇਸ ਦੇ ਵਿੱਚ ਪਾਰਟਨਰ ਦੇ ਰਿਲੇਸ਼ਨਸ ਚੇਂਜ ਹੁੰਦੇ ਆ, ਬਟ ਜਿਹੜੀ ਫਰਮ ਹੈ ਉਹ ਐਜ਼ ਇਟ ਇਜ਼ ਕੰਟੀਨਿਊ ਆਪਣੇ ਜਿਹੜੇ ਬਿਜ਼ਨਸ ਨੂੰ ਕੈਰੀ ਕਰਦੀ ਹੈ। ਇੱਕ ਹੁੰਦਾ ਡਿਸੋਲੂਸ਼ਨ ਆਫ ਫਰਮ। ਡਿਸੋਲੂਸ਼ਨ ਆਫ ਫਰਮ ਦਾ ਮਤਲਬ ਕੀ ਹੈਗਾ ਕਿ ਜਦੋਂ ਫਰਮ ਵਾਈਂਡਿੰਗ ਅਪ ਹੋ ਗਈ, ਫਰਮ ਦੀ ਐਗਜ਼ਿਸਟੈਂਸ ਖਤਮ ਹੋ ਗਈ, ਫਰਮ ਬੰਦ ਹੋ ਗਈ, ਫਰਮ ਦੀਆਂ ਜਿਹੜੀਆਂ ਐਸਟ ਸੀਗੀਆਂ ਉਹ ਸਾਰੀਆਂ ਵੇਚਤੀਆਂ, ਫਰਮ ਦੀਆਂ ਜਿਹੜੀਆਂ ਲਾਇਬਿਲਿਟੀਜ਼ ਸੀਗੀਆਂ ਜਾਂ ਜੋ ਫਰਮ ਦੀਆਂ ਦੇਣਦਾਰੀਆਂ ਸੀਗੀਆਂ ਉਹ ਫਰਮ ਨੇ ਦੇਤੀਆਂ, ਤਾਂ ਹੁਣ ਫਰਮ ਮਾਰਕੀਟ ਦੇ ਵਿੱਚ ਐਗਜ਼ਿਸਟ ਨਹੀਂ ਕਰ ਰਹੀ, ਫਰਮ ਦਾ ਨਾਮ ਐਗਜ਼ਿਸਟ ਨਹੀਂ ਕਰ ਰਿਹਾ, ਤਾਂ ਉਸ ਚੀਜ਼ ਨੂੰ ਅਸੀਂ ਡਿਸੋਲੂਸ਼ਨ ਆਫ ਫਰਮ ਦਾ ਨਾਮ ਦਿੱਤਾ ਹੈ ਜੀ। ਠੀਕ ਹੈ, ਤਾਂ ਇਹ ਦੋ ਕਨਸੈਪਟ ਸੀਗੇ। ਤਾਂ ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਕਿ ਜਿਹੜੀ ਫਰਮ ਹੈਗੀ ਹੈ ਉਹਦੀ ਡਿਸੋਲੂਸ਼ਨ ਹੋ ਗਈ, ਫਰਮ ਖਤਮ ਹੋ ਗਈ, ਫਰਮ ਬੰਦ ਹੋ ਗਈ, ਤਾਂ ਕਿਹੜੇ ਕਿਹੜੇ ਤਰੀਕੇ ਹੈ, ਕਿਹੜੇ ਕਿਹੜੇ ਵੇਜ਼ ਹੈ, ਕਿਹੜੇ ਕਿਹੜੇ ਮੋਡਸ ਹੈਗੇ ਹੈ ਜਿਨ੍ਹਾਂ ਦੇ ਨਾਲ ਅਸੀਂ ਫਰਮ ਨੂੰ ਖਤਮ ਕਰ ਸਕਦੇ ਹਾਂ। ਤਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਦੋਂ ਫਰਮ ਦਾ ਡਿਸੋਲੂਸ਼ਨ ਹੁੰਦਾ ਹੈ ਵਿਦਆਊਟ ਇੰਟਰਫੇਰੈਂਸ ਆਫ ਦੀ ਕੋਰਟ, ਮਤਲਬ ਕੋਰਟ ਦੀ ਕੋਈ ਇਹਦੇ ਵਿੱਚ ਇੰਟਰਫੇਰੈਂਸ ਨਹੀਂ ਹੁੰਦੀ। ਤਾਂ ਉਹਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਜਿਹੜੇ ਹੈਗੇ ਉਹ ਆਪਾਂ ਡਿਸਕਸ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਡਿਸੋਲੂਸ਼ਨ ਬਾਏ ਐਗਰੀਮੈਂਟ, ਜਦੋਂ ਸਾਰੇ ਪਾਰਟਨਰਸ ਨੇ ਆਪਸ ਐਗਰੀਮੈਂਟ ਕਰ ਲੈ ਕੇ ਫਰਮ ਖਤਮ ਕਰਨੀ ਹੈ। ਦੂਸਰਾ ਕੰਪਲਸਰੀ ਡਿਸੋਲੂਸ਼ਨ, ਜਦੋਂ ਪਾਰਟਨਰਸ਼ਿਪ ਫਰਮ ਨੂੰ ਖਤਮ ਕਰਨਾ ਜ਼ਰੂਰੀ ਹੋ ਜੇ। ਫਿਰ ਡਿਸੋਲੂਸ਼ਨ ਔਨ ਦੀ ਹੈਪਨਿੰਗ ਆਫ ਸਰਟਨ ਕੰਟੀਜੈਂਸੀਜ਼, ਕਈ ਵਾਰ ਕੁਝ ਮਿਸ ਹੈਪਨਿੰਗ ਹੋ ਜਾਂਦੇ ਨੇ ਜਿਨ੍ਹਾਂ ਦੇ ਕੇਸ ਵਿੱਚ ਫਰਮ ਨੂੰ ਬੰਦ ਕਰਨਾ ਜ਼ਰੂਰੀ ਹੋ ਜਾਂਦਾ ਹੈ। ਫਿਰ ਹੈਗਾ ਡਿਸੋਲੂਸ਼ਨ ਬਾਏ ਨੋਟਿਸ ਆਫ ਪਾਰਟਨਰਸ਼ਿਪ ਐਟ ਵਿਲ, ਜਦੋਂ ਸਾਡੀ ਪਾਰਟਨਰਸ਼ਿਪ ਸਾਡੀ ਵਿਲ ਦੇ ਮੁਤਾਬਿਕ ਬਣੀ ਹੋਈ ਹੈ। ਵਿਲ ਦਾ ਮਤਲਬ ਵੀ ਅਸੀਂ ਪਾਰਟਨਰਸ਼ਿਪ ਨੂੰ ਬਣਾ ਲਿਆ, ਪਰ ਜਦੋਂ ਸਭ ਦੀ ਸਵੈ ਇੱਛਾ ਹੋਈ ਉਦੋਂ ਅਸੀਂ ਖਤਮ ਕਰ ਦਾਂਗੇ। ਠੀਕ ਹੈ, ਤਾਂ ਇਹਨਾਂ ਨੂੰ ਅਸੀਂ 1 ਬਾਏ 1 ਡਿਸਕਸ ਕਰਾਂਗੇ। ਡਿਸੋਲੂਸ਼ਨ ਬਾਏ ਐਗਰੀਮੈਂਟ। ਡਿਸੋਲੂਸ਼ਨ ਬਾਏ ਐਗਰੀਮੈਂਟ ਦਾ ਮਤਲਬ ਆ ਫਰਮ ਇਜ਼ ਡਿਸੋਲਵਡ ਬਾਏ ਐਗਰੀਮੈਂਟ ਇਫ ਆਲ ਦਾ ਪਾਰਟਨਰ ਗਿਵ ਕੰਸੈਂਟ, ਜਦੋਂ ਸਾਰੇ ਪਾਰਟਨਰਸ ਨੇ ਕੰਸੈਂਟ ਦੇ ਦਿੱਤੀ ਕਿ ਫਰਮ ਬੰਦ ਕਰੋ ਤਾਂ ਫਰਮ ਬੰਦ ਕਰ ਦਾਂਗੇ। ਇਨ ਅਕੋਰਡੈਂਸ ਵਿਦ ਦਾ ਕੰਟਰੈਕਟ ਅਮੰਗ ਦਾ ਪਾਰਟਨਰ, ਜਾਂ ਪਾਰਟਨਰ ਦੇ ਵਿੱਚ ਇੱਕ ਕੰਟਰੈਕਟ ਹੋਇਆ ਹੋਇਆ ਕਿ ਐਗਰੀਮੈਂਟ ਖਤਮ ਹੋ ਗਿਆ, ਫਰਮ ਨੂੰ ਬੰਦ ਕਰੋ। ਫਿਰ ਉਸ ਤੋਂ ਬਾਅਦ ਕੰਪਲਸਰੀ ਡਿਸੋਲੂਸ਼ਨ ਦੇ ਵਿੱਚ ਕੀ ਆਏਗਾ ਵੀ ਫਰਮ ਨੂੰ ਬੰਦ ਕਰਨਾ ਜ਼ਰੂਰੀ ਹੈ। ਕਹਿੰਦੇ ਵੈਨ ਆਲ ਦਾ ਪਾਰਟਨਰਸ ਐਕਸੈਪਟ ਵਨ ਬਿਕਮਸ ਇਨਸੋਲਵੈਂਟ, ਜਦੋਂ ਕਹਿੰਦੇ ਇੱਕ ਪਾਰਟਨਰ ਨੂੰ ਛੱਡ ਕੇ ਸਾਰੇ ਇਨਸੋਲਵੈਂਟ ਹੋ ਗਏ ਜਾਂ ਸਾਰੇ ਪਾਰਟਨਰ ਇਨਸੋਲਵੈਂਟ। ਇਨਸੋਲਵੈਂਟ ਦਾ ਮਤਲਬ ਕੀ ਹੁੰਦਾ ਕਿ ਜਦੋਂ ਪਾਰਟਨਰ ਦਾ ਦਿਵਾਲਾ ਨਿਕਲ ਜਾਏ, ਜਾਂ ਜਦੋਂ ਇੱਕ ਬਿਜ਼ਨਸ ਇਲੀਗਲ ਹੋ ਜਾਏ। ਇਲੀਗਲ ਵੀ ਫਰਮ ਹੁਣ ਇਲੀਗਲ ਜਾਂ ਅਨਲਾਫੁਲ ਬਿਜ਼ਨਸ ਕਰ ਰਹੀ ਹੈਗੀ ਹੈ, ਅਤੇ ਜਾਂ ਇੱਕ ਸਾਡੀ ਜਿਹੜੀ ਪ੍ਰੋਵੀਜ਼ਨ ਸੀਗੀ ਕਿ ਆਰਡੀਨਰੀ ਬਿਜ਼ਨਸ ਦੇ ਵਿੱਚ 20 ਪਾਰਟਨਰ ਚਾਹੀਦੇ ਹੈਗੇ ਆ ਅਤੇ ਬੈਂਕਿੰਗ ਦੇ ਵਿੱਚ 10, ਅਗਰ ਉਹ ਲਿਮਿਟ ਐਕਸੀਡ ਹੋ ਜਾਏ ਦੋਨੋਂ ਕੇਸਿਸ ਦੇ ਵਿੱਚ, ਤਾਂ ਉਦੋਂ ਵੀ ਫਰਮ ਨੂੰ ਬੰਦ ਕਰਨਾ ਜ਼ਰੂਰੀ ਹੋ ਜਾਂਦਾ। ਫਿਰ ਹੈਗਾ ਡਿਸੋਲੂਸ਼ਨ ਔਨ ਦੀ ਹੈਪਨਿੰਗ ਆਫ ਸਰਟਨ ਕੰਟੀਜੈਂਸੀਜ਼। ਤਾਂ ਸਰਟਨ ਕੰਟੀਜੈਂਸੀ ਮਤਲਬ ਕੁਝ ਐਮਰਜੈਂਸੀਜ਼ ਆ ਜਾਂਦੇ ਨੇ, ਕੁਝ ਜਿਨ੍ਹਾਂ ਦੇ ਕੇਸ ਵਿੱਚ ਫਰਮ ਨੂੰ ਬੰਦ ਕਰਨਾ ਹੁੰਦਾ, ਜਿਹਦੇ ਵਿੱਚ ਐਕਸਪਾਇਰੀ ਆਫ ਦਾ ਟਰਮ, ਜਾਂ ਫਰਮ ਇੱਕ ਪਰਟੀਕੂਲਰ ਟਾਈਮ ਦੇ ਲਈ ਬਣਾਈ ਸੀਗੀ, ਉਹ ਟਾਈਮ ਪੂਰਾ ਹੋ ਗਿਆ, ਫਰਮ ਨੂੰ ਬੰਦ ਕਰਨਾ ਪਏਗਾ। ਜਾਂ ਇੱਕ ਵੈਂਚਰ ਸ਼ੁਰੂ ਕੀਤਾ ਸੀਗਾ, ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਉਹ ਪ੍ਰੋਜੈਕਟ ਖਤਮ ਹੋ ਗਿਆ 2 ਜਾਂ 3 ਮਹੀਨੇ ਜਾਂ 4 ਜਾਂ 6 ਮਹੀਨਿਆਂ ਦੇ ਵਿੱਚ, ਜਦੋਂ ਟਾਈਮ ਪੂਰਾ ਹੋ ਗਿਆ ਫਰਮ ਬੰਦ ਕਰਨੀ ਪਏਗੀ। ਜਾਂ ਕਿਸੇ ਪਾਰਟਨਰ ਦੀ ਡੈਥ ਹੋ ਗਈ, ਡੈਥ ਕੇਸ ਦੇ ਵਿੱਚ ਵੀ ਸਾਨੂੰ ਫਰਮ ਨੂੰ ਕਲੋਜ਼ ਕਰਨਾ ਪਏਗਾ। ਜਾਂ ਪਾਰਟਨਰ ਨੂੰ ਅਸੀਂ ਇਨਸੋਲਵੈਂਟ ਡਿਕਲੇਅਰ ਕਰਤਾ ਕਿ ਇਹ ਪਾਰਟਨਰ ਕੀ ਹੈ ਜੀ, ਇਨਸੋਲਵੈਂਟ ਹੋ ਗਿਆ, ਪਾਰਟਨਰ ਦਾ ਦਿਵਾਲਾ ਨਿਕਲ ਗਿਆ। ਫਿਰ ਉਸ ਤੋਂ ਬਾਅਦ ਡਿਸੋਲੂਸ਼ਨ ਬਾਈ ਨੋਟਿਸ। ਫਿਰ ਕੀ ਹੈਗਾ ਕਿ ਜਿਵੇਂ ਆਪਾਂ ਪੜ੍ਹਿਆ ਹੋਇਆ ਕਿ ਪਾਰਟਨਰਸ਼ਿਪ ਨੂੰ ਅਸੀਂ ਬਣਾਇਆ ਹੈ ਵਿਲ ਦੇ ਮੁਤਾਬਿਕ। ਵਿਲ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਐਗਰੀਮੈਂਟ 'ਚ ਇਹ ਲਿਖ ਲਿਆ ਕਿ ਪਾਰਟਨਰਸ਼ਿਪ ਨੂੰ ਅਸੀਂ ਸਟਾਰਟ ਕਰ ਰਹੇ ਹਾਂ, ਬਟ ਜਦੋਂ ਸਾਡੀ ਸਵੈ ਇੱਛਾ ਹੋਊਗੀ ਸਾਰੇ ਪਾਰਟਨਰਸ ਦੀ, ਤਾਂ ਉਸ ਟਾਈਮ ਅਸੀਂ ਆਪਣੀ ਇੱਛਾ ਦੇ ਮੁਤਾਬਿਕ ਉਸ ਪਾਰਟਨਰਸ਼ਿਪ ਫਰਮ ਨੂੰ ਕਲੋਜ਼ ਕਰ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਡਿਸੋਲੂਸ਼ਨ ਬਾਏ ਦਾ ਕੋਰਟ।
ਪਹਿਲੇ ਸੀਗਾ ਡਿਸੋਲੂਸ਼ਨ ਫਰਮ ਬੰਦ ਕੀਤੀ ਹੈ ਕੋਰਟ ਦੀ ਇੰਟਰਫੇਰੈਂਸ ਤੋਂ ਬਿਨਾਂ, ਬਟ ਹੁਣ ਜਿਹੜਾ ਅਸੀਂ ਟੌਪਿਕ ਪੜ੍ਹ ਰਹੇ ਹਾਂ ਉਹ ਹੈਗਾ ਕਿ ਕੋਰਟ ਦੀ ਇੰਟਰਫੇਰੈਂਸ ਚਾਹੀਦੀ ਹੈ, ਕੋਰਟ ਹੀ ਫਰਮ ਨੂੰ ਬੰਦ ਕਰੀਏ। ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਵੈਨ ਅ ਪਾਰਟਨਰ ਬਿਕਮਸ ਆਫ ਅਨਸਾਊਂਡ ਮਾਈਂਡ, ਕਹਿੰਦੇ ਜਦੋਂ ਪਾਰਟਨਰ ਅਨਸਾਊਂਡ ਮਾਈਂਡ ਦਾ ਹੋ ਜਾਏ, ਮੈਂ ਜਦੋਂ ਇੱਕ ਤਰ੍ਹਾਂ ਦੇ ਨਾਲ ਆਪਾਂ ਕੀ ਕਹਿ ਸਕਦੇ ਹਾਂ ਕਿ ਪਾਰਟਨਰ ਦਾ ਜਿਹੜਾ ਦਿਮਾਗ ਹੈ ਉਹ ਨੋਰਮਲ ਨਹੀਂ ਹੈਗਾ, ਪਾਰਟਨਰ ਦਾ ਦਿਮਾਗ ਐਬਨੋਰਮਲ ਹੋ ਗਿਆ ਤਾਂ ਉਹ ਨੋਰਮਲ ਡਿਸੀਜ਼ਨ ਨਹੀਂ ਲੈ ਪਾਊਗਾ। ਉਸ ਕੇਸ ਦੇ ਵਿੱਚ ਫਰਮ ਨੂੰ ਬੰਦ ਕਰਨਾ ਜ਼ਰੂਰੀ ਹੋ ਜਾਂਦਾ। ਅਗਰ ਫਰਮ ਕੰਟੀਨਿਊ ਰਹੇਗੀ ਤਾਂ ਉਹ ਪਾਰਟਨਰ ਫਰਮ ਦਾ ਨੁਕਸਾਨ ਕਰ ਸਕਦਾ ਹੈ, ਕਿਉਂਕਿ ਉਹਦਾ ਜਿਹੜਾ ਮਾਈਂਡ ਹੈਗਾ ਉਹ ਸਾਊਂਡ ਜਾਂ ਪ੍ਰੋਪਰ ਨਹੀਂ ਹੈ। ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਜਿਹੜੇ ਪਾਰਟਨਰਸ ਹੈਗੇ ਉਹ ਆਪਣੀਆਂ ਡਿਊਟੀਜ਼ ਨੂੰ, ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਨਹੀਂ ਕਰ ਰਹੇ, ਆਪਣੀਆਂ ਡਿਊਟੀਜ਼ ਨੂੰ ਫੁੱਲਫਿਲ ਨਹੀਂ ਕਰ ਰਹੇ। ਫਿਰ ਉਸ ਤੋਂ ਬਾਅਦ ਕੀ ਹੈਗਾ ਕਿ ਜਿਹੜੇ ਪਾਰਟਨਰ ਹੈਗੇ ਆ ਉਹ ਬਿਜ਼ਨਸ ਨੂੰ ਚਲਾ ਰਹੇ ਆ, ਬਟ ਉਹ ਮਿਸਕੰਡਕਟ ਬਹੁਤ ਕਰ ਰਹੇ ਆ, ਮਿਸਬਿਹੇਵ ਬਹੁਤ ਕਰ ਰਹੇ ਆ, ਉਹਨਾਂ ਦਾ ਬਿਹੇਵ ਸਹੀ ਨਹੀਂ ਹੈਗਾ ਪਾਰਟਨਰਸ ਦੇ ਨਾਲ, ਠੀਕ ਹੈ, ਆਊਟਸਾਈਡ ਪਾਰਟੀਜ਼ ਦੇ ਨਾਲ, ਕਸਟਮਰਸ ਦੇ ਨਾਲ, ਸਪਲਾਇਰਸ ਦੇ ਨਾਲ, ਤਾਂ ਉਸ ਕੇਸ ਦੇ ਵਿੱਚ ਵੀ ਫਰਮ ਨੂੰ ਕਲੋਜ਼ ਕਰਨਾ ਪਏਗਾ। ਫਿਰ ਹੈਗਾ ਤੁਹਾਡਾ ਬਿਨਾਂ ਪਾਰਟਨਰਸ ਵਿਲਫੁਲੀ ਔਰ ਪਰਸਿਸਟੈਂਟਲੀ ਕਮਿਟਸ ਬ੍ਰੀਚ ਆਫ ਐਗਰੀਮੈਂਟ, ਜਦੋਂ ਕਹਿੰਦੇ ਇੱਕ ਪਾਰਟਨਰ ਲਗਾਤਾਰ ਆਪਣੇ ਐਗਰੀਮੈਂਟਸ ਨੂੰ ਤੋੜ ਰਿਹਾ, ਆਪਣੇ ਕੰਟਰੈਕਟਸ ਨੂੰ ਤੋੜ ਰਿਹਾ, ਆਪਣੇ ਜਿਹੜੇ ਐਗਰੀਮੈਂਟ ਆ ਉਹਨੂੰ ਪੂਰਾ ਨਹੀਂ ਕਰ ਰਿਹਾ, ਆਪਣੇ ਕੰਟਰੈਕਟਸ ਨੂੰ ਫੁੱਲਫਿਲ ਨਹੀਂ ਕਰ ਰਿਹਾ, ਤਾਂ ਉਸ ਕੇਸ ਦੇ ਵਿੱਚ ਵੀ ਕੋਰਟ ਕੀ ਕਹੇਗੀ, ਕੋਰਟ ਆਰਡਰ ਦੇਗੀ ਕਿ ਫਰਮ ਨੂੰ ਕਲੋਜ਼ ਕੀਤਾ ਜਾਵੇ ਜੀ। ਕਹਿੰਦੇ ਜਦੋਂ ਆਪਾਂ ਹੁਣ ਇਹ 'ਚ ਪੜ੍ਹਿਆ ਹੋਇਆ ਹੈ ਕਿ ਇੱਕ ਪਾਰਟਨਰ ਦੂਜੇ ਪਾਰਟਨਰ ਦੀ ਸਹਿਮਤੀ ਤੋਂ ਬਿਨਾਂ ਆਪਣਾ ਸ਼ੇਅਰ, ਆਪਣਾ ਹਿੱਸਾ ਦੂਸਰੇ ਪਾਰਟਨਰ ਨੂੰ ਨਹੀਂ ਦੇ ਸਕਦਾ, ਬਟ ਅਗਰ ਉਹ ਦੂਸਰੇ ਪਾਰਟਨਰ ਦੀ ਸਹਿਮਤੀ ਨਹੀਂ ਲੈਂਦਾ ਅਤੇ ਆਪਣਾ ਸ਼ੇਅਰ ਜਾਂ ਆਪਣਾ ਹਿੱਸਾ ਉਹ ਦੂਸਰੇ ਪਾਰਟਨਰ ਨੂੰ ਟਰਾਂਸਫਰ ਕਰ ਦਿੰਦਾ, ਤਾਂ ਉਸ ਕੇਸ ਦੇ ਵਿੱਚ ਵੀ ਜਿਹੜੀ ਫਰਮ ਹੈਗੀ ਹੈ ਉਹਨੂੰ ਜਿਹੜੀ ਕੋਰਟ ਹੈਗੀ ਆ ਉਹ ਕਲੋਜ਼ ਕਰਨ ਦਾ ਆਰਡਰ ਦੇ ਸਕਦੀ ਹੈ ਜੀ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਪੁਆਇੰਟ ਹੋਰ ਹੈਗਾ ਕਿ ਅਗਰ ਕੋਈ ਫਰਮ ਹੈ, ਅਗਰ ਕੋਈ ਬਿਜ਼ਨਸ ਹੈ, ਅਗਰ ਉਹ ਲਗਾਤਾਰ ਪ੍ਰੋਫਿਟਸ 'ਤੇ ਕੰਮ ਕਰ ਰਹੀ ਹੈ ਤਾਂ ਫਰਮ ਕੰਟੀਨਿਊ ਰਹੇਗੀ। ਅਗਰ ਉਹ ਫਰਮ ਦੇ ਵਿੱਚ ਲਾਸ ਚੱਲ ਰਿਹਾ ਹੈ, ਉਹ ਫਰਮ ਲਗਾਤਾਰ ਕਈ ਸਾਲਾਂ ਤੋਂ ਲਾਸ 'ਤੇ ਚੱਲ ਰਹੀ ਹੈ, ਤਾਂ ਕੋਰਟ ਉਸ ਕੇਸ ਦੇ ਵਿੱਚ ਵੀ ਕੀ ਹੈਗਾ ਕਿ ਉਹ ਆਰਡਰ ਦੇ ਸਕਦੀ ਹੈ ਕਿ ਫਰਮ ਨੂੰ ਬੰਦ ਕਰੋ, ਕਿਉਂਕਿ ਇਹ ਫਰਮ ਹਿੱਤ ਵਿੱਚ ਨਹੀਂ ਹੈ, ਇਹ ਫਰਮ ਲਗਾਤਾਰ ਤੁਹਾਨੂੰ ਲਾਸ ਪ੍ਰੋਡਿਊਸ ਕਰਕੇ ਦੇ ਰਹੀ ਹੈ। ਤਾਂ ਇਹ ਟੌਪਿਕ ਸੀਗਾ ਸਾਡਾ ਡਿਸੋਲੂਸ਼ਨ ਦੇ ਮੋਡਸ, ਵੀ ਅਸੀਂ ਫਰਮ ਨੂੰ ਕਿਵੇਂ ਵਾਈਂਡ ਅਪ, ਕਿਵੇਂ ਅਸੀਂ ਕਲੋਜ਼ ਕਰ ਸਕਦੇ ਹੈਗੇ ਆ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਇਹਦਾ ਹੈਗਾ ਪੁਆਇੰਟ ਉਹ ਹੈਗਾ ਇਹਦੀ ਅਕਾਊਂਟਿੰਗ ਟਰੀਟਮੈਂਟ। ਤਾਂ ਅਕਾਊਂਟਿੰਗ ਟਰੀਟਮੈਂਟ ਦੇ ਵਿੱਚ ਅਸੀਂ ਕੀ ਕਵਾਂਗੇ ਜੀ, ਅਕਾਊਂਟਿੰਗ ਟਰੀਟਮੈਂਟ ਦੇ ਵਿੱਚ ਇਹਦੇ ਵਿੱਚ ਇੱਕ ਜਿਹੜਾ ਮੇਨ ਪੁਆਇੰਟ ਅਸੀਂ ਇਹ 'ਚ ਕਿਹੜੇ ਕਿਹੜੇ ਅਕਾਊਂਟਸ ਬਣਾਉਂਦੇ ਆ ਉਹਦੇ ਵਿੱਚ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ 'ਚ ਇੱਕ ਰਿਲੇਸ਼ਨ ਅਕਾਊਂਟ ਬਣਦਾ, ਫਿਰ ਇਹਦੇ ਵਿੱਚ ਇੱਕ ਪਾਰਟਨਰ ਦੇ ਕੈਪੀਟਲ ਅਕਾਊਂਟ ਬਣਦੇ ਆ, ਅਤੇ ਲਾਸਟ 'ਤੇ ਅਸੀਂ ਕੈਸ਼ ਅਕਾਊਂਟ ਜਾਂ ਬੈਂਕ ਅਕਾਊਂਟ ਇਹਦੇ ਵਿੱਚ ਤਿਆਰ ਕਰਦੇ ਹਾਂ ਜੀ, ਠੀਕ ਹੈ। ਤਾਂ ਰਿਲੇਸ਼ਨ ਅਕਾਊਂਟ ਇੱਕ ਤਰ੍ਹਾਂ ਦਾ ਕੈਸ਼ ਦਾ ਨੋਮੀਨਲ ਅਕਾਊਂਟ ਹੈ, ਵੀ ਜਿਹੜੇ ਖਰਚੇ ਆ ਡੈਬਿਟ ਹੈ, ਇਨਕਮ ਕ੍ਰੈਡਿਟ ਹੈ। ਫਿਰ ਅਸੀਂ ਪਾਰਟਨਰ ਦੇ ਕੈਪੀਟਲ ਅਕਾਊਂਟ ਤਿਆਰ ਕਰਾਂਗੇ, ਪਾਰਟਨਰ ਦੇ ਕੈਪੀਟਲ ਅਕਾਊਂਟ ਐਜ਼ ਇਟ ਇਜ਼ ਬਣਨਗੇ, ਜਿਵੇਂ ਅਸੀਂ ਐਡਮਿਸ਼ਨ ਦੇ ਕੇਸ ਵਿੱਚ ਜਾਂ ਰਿਟਾਇਰਮੈਂਟ ਦੇ ਕੇਸ ਵਿੱਚ ਬਣਾਇਆ ਬੇਟਾ। ਉਸ ਤੋਂ ਬਾਅਦ ਲਾਸਟ 'ਤੇ ਬਣਾਵਾਂਗੇ ਕੈਸ਼ ਜਾਂ ਬੈਂਕ ਅਕਾਊਂਟ, ਅਤੇ ਕੈਸ਼ ਜਾਂ ਬੈਂਕ ਅਕਾਊਂਟ ਜਿਹੜਾ ਅਸੀਂ ਲਾਸਟ 'ਤੇ ਬਣਾਉਂਦੇ ਹਾਂ, ਅਤੇ ਲਾਸਟ 'ਤੇ ਕੈਸ਼ ਅਕਾਊਂਟ ਜਾਂ ਬੈਂਕ ਅਕਾਊਂਟ ਇਹ ਟੈਲੀ ਕਰੇਗਾ, ਮਤਲਬ ਜਿੰਨਾ ਕੈਸ਼ ਅਸੀਂ ਰਿਸੀਵ ਕੀਤਾ, ਜਿੰਨਾ ਕੈਸ਼ ਸਾਡੇ ਕੋਲ ਆਇਆ, ਉਹ ਸਾਰਾ ਕੈਸ਼ ਅਸੀਂ ਡਿਸਬਰਸ ਕਰਤਾ, ਉਹ ਸਾਰਾ ਕੈਸ਼ ਅਸੀਂ ਯੂਜ਼ ਕਰਤਾ। ਤਾਂ ਲਾਸਟ 'ਤੇ ਜਿਵੇਂ ਅਸੀਂ ਗੱਲ ਕਰਦੇ ਕਿ ਬੈਲੈਂਸ ਸ਼ੀਟ ਟੈਲੀ ਹੋਣੀ ਜ਼ਰੂਰੀ ਹੈ, ਬਟ ਡਿਸੋਲੂਸ਼ਨ ਦੇ ਕੇਸ ਦੇ ਵਿੱਚ ਕੀ ਹੈਗਾ ਕਿ ਕੈਸ਼ ਜਾਂ ਬੈਂਕ ਅਕਾਊਂਟ ਟੈਲੀ ਹੋਣਾ ਜ਼ਰੂਰੀ ਹੈ। ਤਾਂ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਅਕਾਊਂਟ ਹੈਗਾ ਉਹ ਹੈਗਾ ਤੁਹਾਡਾ ਰਿਲੇਸ਼ਨ ਅਕਾਊਂਟ। ਤਾਂ ਰਿਲੇਸ਼ਨ ਅਕਾਊਂਟ ਦਾ ਮਤਲਬ ਕੀ ਹੈਗਾ ਕਿ ਜਦੋਂ ਹੁਣ ਅਸੀਂ ਫਰਮ ਨੂੰ ਕਲੋਜ਼ ਕਰਤਾ, ਤਾਂ ਹੁਣ ਜਿੰਨੀਆਂ ਵੀ ਫਰਮ ਦੀਆਂ ਐਸੈਟਸ ਹੈਗੀਆਂ ਨੇ, ਠੀਕ ਹੈ, ਉਹਨਾਂ ਸਾਰੀਆਂ ਐਸੈਟਸ ਦਾ ਅਕਾਊਂਟ ਅਸੀਂ ਕਲੋਜ਼ ਕਰਾਂਗੇ, ਬਟ ਕੈਸ਼ ਬੈਲੈਂਸ, ਬੈਂਕ ਬੈਲੈਂਸ ਨੂੰ ਛੱਡ ਕੇ ਜਾਂ ਜਿਹੜੇ ਅਕਿਊਮੂਲੇਟਡ ਲੋਸਿਸ ਹੈਗੇ ਉਹਨੂੰ ਛੱਡ ਦਾਂਗੇ, ਅਤੇ ਬਾਕੀ ਐਸੈਟਸ ਦਾ ਅਕਾਊਂਟ ਕਲੋਜ਼ ਕਰਾਂਗੇ। ਫਿਰ ਦੂਸਰਾ ਪੁਆਇੰਟ ਕੀ ਹੈਗਾ, ਜਿੰਨੀਆਂ ਵੀ ਲਾਇਬਿਲਿਟੀਜ਼ ਹੈਗੀਆਂ ਨੇ, ਜਿੰਨੀਆਂ ਵੀ ਦੇਣਦਾਰੀਆਂ ਹੈਗੀਆਂ ਨੇ, ਉਹਨਾਂ ਦਾ ਅਕਾਊਂਟ ਵੀ ਕਲੋਜ਼ ਕਰਨਾ। ਅਕਾਊਂਟ ਕਲੋਜ਼ ਕਰਨ ਦਾ ਮਤਲਬ ਕੀ ਹੈਗਾ ਕਿ ਜਦੋਂ ਹੁਣ ਫਰਮ ਨੂੰ ਕਲੋਜ਼ ਕਰਤਾ ਤਾਂ ਜਿੰਨੇ ਵੀ ਇਹਦੇ ਅਕਾਊਂਟ ਹੈਗੇ ਆ ਉਹਨਾਂ ਸਾਰੇ ਅਕਾਊਂਟ ਅਸੀਂ ਬੰਦ ਕਰਨਾ ਮਤਲਬ ਇਹਨਾਂ ਅਕਾਊਂਟ ਨੂੰ ਅਸੀਂ ਕਲੋਜ਼ ਕਰਾਂਗੇ। ਤਾਂ ਐਸੈਟ ਅਤੇ ਲਾਇਬਿਲਿਟੀ ਅਕਾਊਂਟ ਨੂੰ ਕਲੋਜ਼ ਕਰਨ ਤੋਂ ਬਾਅਦ ਅਗਲਾ ਪੁਆਇੰਟ, ਜਿੰਨੀਆਂ ਵੀ ਸਾਡੀਆਂ ਐਸੈਟਸ ਹੈਗੀਆਂ ਉਹ ਸਾਰੀਆਂ ਐਸੈਟਸ ਅਸੀਂ ਵੇਚ ਦਾਂਗੇ, ਵੇਚ ਕੇ ਸਾਡੇ ਕੋਲ ਕੈਸ਼ ਆ ਜਾਏਗਾ, ਉਹ ਅਸੀਂ ਰਿਲੇਸ਼ਨ ਅਕਾਊਂਟ ਦੇ ਵਿੱਚ ਰਿਕਾਰਡ ਕਰ ਲਾਂਗੇ, ਠੀਕ ਹੈ।
मतलब ਰਿਲੇਸ਼ਨ ਅਕਾਊਂਟ ਦੇ ਕ੍ਰੈਡਿਟ ਸਾਈਡ ਰਿਕਾਰਡ ਕਰ ਲਾਂਗੇ। ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਲਾਇਬਿਲਿਟੀਜ਼ ਹੈ, ਜਿੰਨੀਆਂ ਵੀ ਸਾਡੀਆਂ ਦੇਣਦਾਰੀਜ਼ ਹੈਗੀਆਂ ਨੇ, ਉਹਨਾਂ ਸਾਰੀਆਂ ਦੇਣਦਾਰ ਨੂੰ ਅਸੀਂ ਪੇ ਕਰ ਦਾਂਗੇ, ਲਾਇਬਿਲਿਟੀਜ਼ ਪੇ ਕਰ ਦਾਂਗੇ। ਲਾਇਬਿਲਿਟੀਜ਼ ਪੇ ਕਰਾਂਗੇ, ਕੈਸ਼ ਅਸੀਂ ਪੇ ਕਰ ਰਹੇ ਹਾਂ ਤਾਂ ਅਸੀਂ ਰਿਲੇਸ਼ਨ ਅਕਾਊਂਟ ਨੂੰ ਕੀ ਕਰਾਂਗੇ, ਡੈਬਿਟ ਕਰਾਂਗੇ। ਤਾਂ ਇਹਦਾ ਮਤਲਬ ਕੀ ਹੈਗਾ ਵੀ ਜਿੰਨੀਆਂ ਵੀ ਐਸੈਟ ਸੀਗੀਆਂ ਉਹਨਾਂ ਨੂੰ ਵੇਚ ਕੇ ਪੈਸਾ ਆ ਗਿਆ ਕ੍ਰੈਡਿਟ ਸਾਈਡ, ਜਿੰਨੀਆਂ ਵੀ ਲਾਇਬਿਲਿਟੀਜ਼ ਸੀਗੀਆਂ ਉਹ ਪੇ ਕਰਤੀਆਂ, ਉਹ ਅਸੀਂ ਰਿਕਾਰਡ ਕਰ ਲਿਆ ਡੈਬਿਟ ਸਾਈਡ। ਅਤੇ ਜਦੋਂ ਅਸੀਂ ਫਰਮ ਨੂੰ ਕਲੋਜ਼ ਕਰਦੇ ਹਾਂ, ਕੁਝ ਖਰਚੇ ਹੁੰਦੇ ਆ ਐਸੈਟਸ ਨੂੰ ਵੇਚਣ 'ਤੇ, ਲਾਇਬਿਲਿਟੀਜ਼ ਨੂੰ ਪੇ ਕਰਨ 'ਤੇ, ਉਹਨਾਂ ਖਰਚਿਆਂ ਨੂੰ ਵੀ ਅਸੀਂ ਕਹਿੰਦੇ ਹਾਂ ਰਿਲੇਸ਼ਨ ਐਕਸਪੈਂਸਿਸ, ਤਾਂ ਉਹਨਾਂ ਨੂੰ ਖਰਚਿਆਂ ਨੂੰ ਅਸੀਂ ਰਿਲੇਸ਼ਨ ਅਕਾਊਂਟ ਦੇ ਵਿੱਚ ਡੈਬਿਟ ਸਾਈਡ ਰਿਕਾਰਡ ਕਰਦੇ ਹਾਂ। ਅਤੇ ਉਸ ਤੋਂ ਬਾਅਦ ਅਗਰ ਕੋਈ ਪਾਰਟਨਰ ਫਰਮ ਦੀ ਐਸੈਟ ਲੈ ਕੇ ਜਾਂਦਾ ਠੀਕ ਹੈ, ਤਾਂ ਉਹ ਵੀ ਅਸੀਂ ਰਿਲੇਸ਼ਨ ਅਕਾਊਂਟ 'ਚ ਰਿਕਾਰਡ ਕਰਾਂਗੇ। ਅਗਰ ਕੋਈ ਪਾਰਟਨਰ ਫਰਮ ਦੀ ਲਾਇਬਿਲਿਟੀ ਨੂੰ ਪੇ ਕਰਨ ਦੇ ਲਈ ਸਹਿਮਤੀ ਦਿੰਦਾ ਤਾਂ ਉਹ ਵੀ ਅਸੀਂ ਰਿਲੇਸ਼ਨ ਅਕਾਊਂਟ 'ਚ ਰਿਕਾਰਡ ਕਰਾਂਗੇ। ਅਤੇ ਲਾਸਟ 'ਤੇ ਜਿਹੜਾ ਇਹਦਾ ਨੈਟ ਬੈਲੈਂਸ ਹੈਗਾ ਉਹ ਕੀ ਹੋਏਗਾ, ਪ੍ਰੋਫਿਟ ਜਾਂ ਲੋਸ। ਵੀ ਰਿਲੇਸ਼ਨ ਅਕਾਊਂਟ ਬਣਾਉਣ ਤੋਂ ਬਾਅਦ ਜਿਹੜਾ ਵੀ ਇਹਦਾ ਕੋਈ ਪ੍ਰੋਫਿਟ ਜਾਂ ਲੋਸ ਆਏਗਾ ਉਹ ਕਿਵੇਂ ਆਏਗਾ। ਅਗਰ ਇਹਦੀ ਕ੍ਰੈਡਿਟ ਸਾਈਡ ਗ੍ਰੇਟਰ ਹੈਗੀ ਹੈ ਡੈਬਿਟ ਸਾਈਡ ਨਾਲੋਂ ਤਾਂ ਡਿਫਰੈਂਸ ਆਏਗਾ ਪ੍ਰੋਫਿਟ ਵੀ ਅਸੀਂ ਓਲਡ ਪਾਰਟਨਰ ਜਿੰਨੇ ਵੀ ਹੈਗੇ ਆ ਓਲਡ ਰੇਸ਼ੋ ਵਿੱਚ ਟ੍ਰਾਂਸਫਰ ਕਰ ਦਾਂਗੇ। ਸਿਮਿਲਰਲੀ ਅਗਰ ਇਹਦੀ ਡੈਬਿਟ ਸਾਈਡ ਜ਼ਿਆਦਾ ਹੈਗੀ ਹੈ ਕ੍ਰੈਡਿਟ ਸਾਈਡ ਨਾਲੋਂ ਤਾਂ ਇਹ ਲੋਸ ਆ ਗਿਆ, ਤਾਂ ਲੋਸ ਵੀ ਅਸੀਂ ਸਾਰੇ ਪਾਰਟਨਰ ਦੇ ਵਿੱਚ ਜਿਹੜੀ ਉਹਨਾਂ ਦੀ ਓਲਡ ਰੇਸ਼ੋ ਹੈਗੀ ਉਹ ਅਸੀਂ ਵੰਡ ਦਾਂਗੇ। ਸਮਝ ਗਏ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਇਹ ਰਿਲੇਸ਼ਨ ਅਕਾਊਂਟ ਹੈਗਾ ਉਹ ਅਸੀਂ ਤਿਆਰ ਕਰ ਲਾਂਗੇ। ਅਤੇ ਰਿਲੇਸ਼ਨ ਅਕਾਊਂਟ ਤਿਆਰ ਕਰਨ ਤੋਂ ਬਾਅਦ ਅਸੀਂ ਇਹਦਾ ਪਾਰਟਨਰ ਕੈਪੀਟਲ ਅਕਾਊਂਟ ਤਿਆਰ ਕਰਾਂਗੇ। ਪਾਰਟਨਰ ਕੈਪੀਟਲ ਅਕਾਊਂਟ ਸਾਨੂੰ ਪਤਾ ਹੀ ਹੈ ਕਿ ਦੋ ਸਾਈਡਸ ਹੁੰਦੀਆਂ, ਇੱਕ ਡੈਬਿਟ ਸਾਈਡ ਇੱਕ ਕ੍ਰੈਡਿਟ ਸਾਈਡ। ਜਿੰਨਾ ਵੀ ਕੁਛ ਪਾਰਟਨਰ ਨੂੰ ਅਸੀਂ ਦੇਣਾ ਹੈ, ਚਾਹੇ ਉਹਦੀ ਕੈਪੀਟਲ ਹੈ ਜਾਂ ਇੰਟਰਸਟ ਔਨ ਕੈਪੀਟਲ ਹੈ ਜਾਂ ਕੋਈ ਸੈਲਰੀ ਹੈ ਜਾਂ ਕੋਈ ਕਮਿਸ਼ਨ ਹੈ ਜਾਂ ਕੋਈ ਬੋਨਸ ਹੈ ਜਾਂ ਕੋਈ ਪ੍ਰੋਫਿਟ ਆ, ਉਹ ਅਸੀਂ ਕ੍ਰੈਡਿਟ ਸਾਈਡ ਰਿਕਾਰਡ ਕਰਾਂਗੇ। ਜਾਂ ਡੈਬਿਟ ਸਾਈਡ ਕੋਈ ਉਹਦੀ ਡਰਾਇੰਗਸ ਹੈ ਜਾਂ ਕੋਈ ਉਹਦਾ ਲੋਸ ਹੈ ਜਾਂ ਕੋਈ ਉਹਨੂੰ ਪੈਨਲਟੀ ਲੱਗੀ ਆ, ਉਹ ਅਸੀਂ ਡੈਬਿਟ ਸਾਈਡ ਰਿਕਾਰਡ ਕਰਾਂਗੇ। ਐਂਡ 'ਤੇ ਜਿਹੜਾ ਨੈਟ ਬੈਲੈਂਸ ਹੈਗਾ ਜਾਂ ਤਾਂ ਅਸੀਂ ਇਹਦਾ ਕ੍ਰੈਡਿਟ ਸਾਈਡ ਜ਼ਿਆਦਾ ਹੋਏਗੀ ਜਾਂ ਡੈਬਿਟ ਸਾਈਡ ਜ਼ਿਆਦਾ ਹੋਏਗੀ। ਅਗਰ ਇਹਦੀ ਕ੍ਰੈਡਿਟ ਸਾਈਡ ਜ਼ਿਆਦਾ ਹੈਗੀ ਹੈ ਅਕਾਊਂਟ ਦੀ ਤਾਂ ਅਸੀਂ ਇਟ ਮੀਨਸ ਇਹਨੂੰ ਪੈਸਾ ਦੇਣਾ ਹੈਗਾ ਲਾਸਟ 'ਤੇ। ਅਗਰ ਇਹਦੀ ਡੈਬਿਟ ਸਾਈਡ ਜ਼ਿਆਦਾ ਹੈਗੀ ਹੈ ਕ੍ਰੈਡਿਟ ਸਾਈਡ ਨੂੰ, ਇਟ ਮੀਨਸ ਅਸੀਂ ਕੈਸ਼ ਪਾਰਟਨਰ ਤੋਂ ਮੰਗਵਾਵਾਂਗੇ। ਤਾਂ ਜਿਹੜਾ ਵੀ ਬੈਲੈਂਸ ਹੈਗਾ ਉਹਦੇ ਮੁਤਾਬਿਕ ਕੈਸ਼ ਆ ਮੰਗਵਾ ਲਾਂਗੇ ਜਾਂ ਅਸੀਂ ਪੇ ਕਰ ਲਾਂਗੇ। ਤਾਂ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਸੈਟਲ ਕਰਨ ਤੋਂ ਬਾਅਦ ਲਾਸਟ 'ਤੇ ਅਸੀਂ ਕੈਸ਼ ਅਕਾਊਂਟ ਬਣਾਵਾਂਗੇ। ਕੈਸ਼ ਅਕਾਊਂਟ ਦੇ ਵਿੱਚ ਵੀ ਇਹ ਸਾਡਾ ਰੀਅਲ ਅਕਾਊਂਟ ਹੈ। ਰੀਅਲ ਅਕਾਊਂਟ ਦਾ ਮਤਲਬ ਅਗਰ ਕੈਸ਼ ਆ ਰਿਹਾ ਤਾਂ ਡੈਬਿਟ, ਅਗਰ ਕੈਸ਼ ਜਾ ਰਿਹਾ ਤਾਂ ਕ੍ਰੈਡਿਟ। ਕੈਸ਼ ਜਿੰਨਾ ਵੀ ਅਸੀਂ ਰਿਸੀਵ ਕੀਤਾ ਉਹ ਡੈਬਿਟ ਸਾਈਡ ਰਿਕਾਰਡ ਕਰਾਂਗੇ, ਕੈਸ਼ ਜਿੰਨਾ ਵੀ ਪੇ ਕੀਤਾ ਉਹ ਅਸੀਂ ਕ੍ਰੈਡਿਟ ਸਾਈਡ ਰਿਕਾਰਡ ਕਰਾਂਗੇ। ਐਟ ਲਾਸਟ ਸਾਡਾ ਕੈਸ਼ ਆ ਬੈਂਕ ਅਕਾਊਂਟ ਟੈਲੀ ਕਰੇਗਾ। ਠੀਕ ਹੈ ਜੀ। ਤਾਂ ਇਹ ਸਾਡਾ ਬੇਸਿਕ ਸੀਗਾ ਡਿਸਕਸ਼ਨ ਦਾ। ਅਗਰ ਕੋਈ ਟੌਪਿਕ ਦੇ ਵਿੱਚ ਕੋਈ ਡਾਊਟ ਹੈ, ਅਗਰ ਕੁਝ ਨਹੀਂ ਸਮਝ ਆਇਆ ਤਾਂ ਬੇਟਾ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਠੀਕ ਹੈ। ਥੈਂਕ ਯੂ।